ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਤੇ ਅਦਬ ਸਹਿਤ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਧਨਾਸਰੀ ਰਾਗ ਦੇ ਵਿੱਚ 673 ਅੰਗ ਤੋਂ ਆਰੰਭ ਹੋ ਕੇ 674 ਅੰਗ ਤੇ ਸਮਾਪਤ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਿਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਬਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤਿਰੁ ਅੰਤ ਨ ਕਿਨਹੀ ਲਹੀਐ। ਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਗੁਰਸਿੱਖ ਪਿਆਰਿਓ ਦੇਖੋ, ਵਾਹਿਗੁਰੂ ਜਿਹੜਾ ਹੈ ਨਾ, ਉਹਦੇ ਵਿੱਚ ਬਹੁਤ ਹੀ ਗੁਣ ਨੇ। ਇੱਕ ਤਾਂ ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਇੱਕ ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਨੂੰ ਡਰਾਉਂਦਾ ਵੀ ਨਹੀਂ, ਨਾ ਹੀ ਉਹਦਾ ਕੋਈ ਸ਼ਰੀਕ ਆ, ਨਾ ਹੀ ਉਹਦੇ ਵਿੱਚ ਭਾਵ ਕਿ ਸ਼ਰੀਕਾਂ ਵਾਲੀ ਕੋਈ ਭਾਵਨਾ ਤੁਹਾਨੂੰ ਦੇਖਣ ਨੂੰ ਮਿਲੇਗੀ। ਉਹ ਜੇ ਬਣਾਵੇਗਾ ਇੱਕ ਫੁੱਲ ਨੂੰ, ਖਿਡਾਵੇਗਾ, ਉਹਦੀ ਖੁਸ਼ਬੂ ਜਿਹੜੀ ਆ ਉਹ ਅਮੀਰ ਲਈ ਵੀ ਹੋਊਗੀ, ਗਰੀਬ ਲਈ ਵੀ ਹੋਊਗੀ। ਜੇ ਹਵਾ ਵੀ ਵਗਾਊਗਾ, ਪਵਨ ਵਗੂਗੀ, ਉਹ ਸਾਰਿਆਂ ਲਈ ਸਾਂਝੀ ਹੋਊਗੀ। ਇੱਕ ਕੁੱਲੀ ਵਾਲੇ ਫਕੀਰ ਲਈ ਵੀ, ਇੱਕ ਰਾਜੇ ਲਈ ਵੀ, ਇੱਕ ਮੰਗਤੇ ਲਈ ਵੀ। ਇੱਦਾਂ ਹੀ ਹੈ ਜੇ ਉਹ ਸੂਰਜ ਚੜਾਊਗਾ, ਉਹ ਵੀ ਸਾਰਿਆਂ ਲਈ ਹੋਊਗਾ। ਇਹ ਨਹੀਂ ਕਿ ਇੱਕ ਲਈ ਉਹਨੇ ਚੜਾਇਆ, ਸਾਰਿਆਂ ਨੂੰ ਇੱਕ ਸਮਾਨ ਸਮਝਦਾ ਹੈ ਵਾਹਿਗੁਰੂ, ਸਾਰਿਆਂ ਨੂੰ ਇੱਕ ਬਰਾਬਰ ਸਮਝਦਾ। ਉਹਦੇ ਜਿਹੜੇ ਗੁਣ ਨੇ ਵਾਹਿਗੁਰੂ ਦੇ, ਉਹ ਬਹੁਤ ਨੇ, ਬਹੁਤ ਨੇ। ਜੀਵ ਇੱਕ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਹਵਾ ਦੇ ਅਰਥ ਨੇ ਜੀਵ। ਇਨਸਾਨ ਕੋਲ ਜੀਵ ਇੱਕ ਆ, ਗੁਣ ਉਹਦੇ ਬਹੁਤ ਨੇ। ਫਿਰ ਕਿਵੇਂ ਕਹੇ ਜਾ ਸਕਦੇ ਨੇ? ਗੁਣ ਬੇਅੰਤ ਨੇ, ਜੀਵ ਇੱਕ। ਤਾਂ ਮਹਾਰਾਜ ਆਪ ਹੀ ਦੱਸਦੇ ਨੇ, ਇੱਕ ਦੂ ਜੀਬਾਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਸਿੱਖਾ। ਇੱਕ ਜੀਵ ਨੂੰ ਤੂੰ ਵਾਰ 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 ਰਿੜਕ, ਇੱਕ ਨੂੰ ਲੱਖ ਬਣਾ, ਲੱਖਾਂ ਜੀਵਾਂ ਨੂੰ ਅੱਗੇ ਕਰੋੜ ਬਣਾ। ਭਾਵ ਕਿ ਇੱਕ ਜੀਵ ਦੇ ਨਾਲ ਵਾਰ ਵਾਰ ਉਹਨੂੰ ਯਾਦ ਕਰਨਾ, ਬਾਰੰਬਾਰ ਬਾਰ ਪ੍ਰਭ ਜਪੀਐ। ਐਸੇ ਬੇਸ਼ੁਮਾਰ ਬੇਅੰਤ ਸੁਆਮੀ ਨੂੰ ਯਾਦ ਕਰਨਾ, ਇੱਕ ਜੀਵ ਦੇ ਨਾਲ ਉਹਦੇ ਗੁਣ ਗਾਉਣੇ। ਤੇ ਗੁਣ ਗਾਉਣ ਦੇ ਨਾਲ ਕੀ ਹੋਵੇਗਾ? ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਜਿਹੇ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਹੋਰ ਕਹਿਣਾ ਕਛੂ ਨਾ ਜਾਏ। ਮਨ ਦਾ ਇੱਕ ਸੁਭਾਅ ਸਾਡੇ ਦਾ, ਮਨੋਵਿਗਿਆਨ ਕਹਿੰਦੇ ਨੇ, ਦੇਖੋ ਜਿਹੜੀ ਚੀਜ਼ ਨੂੰ ਆਪਾਂ ਯਾਦ ਕਰਦੇ ਹਾਂ ਵਾਰ 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 ਵਾਰ, ਜੇ ਅੱਜ ਕੀਤਾ ਕੱਲ੍ਹ ਕੀਤਾ, ਲਗਾਤਾਰ ਕਰਦੇ ਰਹੇ, ਤਾਂ ਉਹਦੇ ਵਰਗੇ ਅਸੀਂ ਹੋਣਾ ਸ਼ੁਰੂ ਹੋ ਜਾਂਦੇ ਹਾਂ। ਕਿਸੇ ਚੀਜ਼ ਨੂੰ ਯਾਦ ਕਰਨਾ, ਉਹਦੇ ਜੈਸਾ ਹੋਣਾ ਹੈ। ਇਹ ਮਨ ਜੈਸਾ ਸੇਵੈ ਤੈਸਾ ਹੋਵੈ। ਜੇ ਆਪਾਂ ਚਿੰਤਾ ਨੂੰ ਯਾਦ ਕਰਦੇ ਹਾਂ ਸਾਰਾ ਸਾਰਾ ਦਿਨ, ਆਪਦੇ ਕੰਮਾਂ ਨੂੰ, ਧੰਦਿਆਂ ਨੂੰ, ਪੈਸੇ ਨੂੰ, ਜਿਹੜਾ ਇਨਸਾਨ ਪੈਸੇ ਨੂੰ ਯਾਦ ਕਰਦਾ, ਉਹਦੀ ਸੋਚ ਵੀ ਸੁੰਗੜ ਕੇ ਨੋਟਾਂ ਜਿੱਡੀ ਹੋ ਜਾਂਦੀ ਆ। ਨੋਟਾਂ ਦੇ ਦੀਵਾਨੇ ਦੀ ਸੋਚ ਨੋਟਾਂ ਤੋਂ ਵੱਡੀ ਨਹੀਂ ਹੋ ਸਕਦੀ। ਇੱਦਾਂ ਹੀ ਜਦੋਂ ਆਪਾਂ ਗੁਰੂ ਦੇ ਨਾਲ ਪਿਆਰ ਕਰਦੇ ਹਾਂ, ਗੁਰੂ ਨੂੰ ਯਾਦ ਕਰਦੇ ਹਾਂ, ਗੁਰੂ ਵਾਲੇ ਗੁਣ ਜਿਹੜੇ ਨੇ ਸਾਡੇ 'ਚ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹ ਇੱਕ ਮਨ ਦਾ ਜਿਹੜਾ ਹੈ ਹਿੱਸਾ ਹੈ। ਜਦੋਂ ਆਪਾਂ ਉਹਦੇ ਵਿੱਚ ਪਰਮਾਤਮਾ ਦੀ ਯਾਦ ਪਾਉਂਦੇ ਹਾਂ,
ਤਾਂ ਉਹਦੇ ਵਰਗਾ ਹੋਣਾ ਸ਼ੁਰੂ ਹੋ ਜਾਂਦਾ। ਆਪਾਂ ਸਾਰੇ ਕੀ ਕਰਦੇ ਹਾਂ, ਸਾਰੇ ਆਪਦੇ ਕੰਮਾਂ ਨੂੰ ਯਾਦ ਕਰਦੇ ਨੇ, ਧੀਆਂ ਪੁੱਤਰਾਂ ਨੂੰ ਯਾਦ ਕਰਦੇ ਨੇ। ਧੀ ਜਿਹੜੀ ਹੈ, ਪੁੱਤਰ ਜਿਹੜਾ, ਉਹ ਆਪ ਚਿੰਤਾ 'ਚ, ਤਾਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਇੱਦਾਂ ਉਹਨਾਂ ਦੀ ਚਿੰਤਾ ਕਰਦੇ 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 ਅਸੀਂ ਚਿੰਤਤ ਹੀ ਦਿਸੈ ਸਭ ਕੋਈ, ਚਿੰਤਾ ਦਾ ਰੂਪ ਹੋ ਜਾਂਦੇ ਹਾਂ। ਗੁਰੂ ਮਹਾਰਾਜ ਨੇ ਆਖਿਆ ਹੈ, ਚਿੰਤਾ ਨਹੀਂ ਚੇਤੇ ਕਰੋ ਨੂੰ। ਚਿੰਤਾ ਦਾ ਇੱਕ ਹੀ ਇਲਾਜ ਆ ਡਿਪਰੈਸ਼ਨ ਦਾ, ਉਹਨੂੰ ਯਾਦ ਕਰਨਾ ਮਾਲਕ ਨੂੰ, ਵਾਹਿਗੁਰੂ ਨੂੰ ਸਿਮਰਨਾ, ਉਹਨੂੰ ਚੇਤੇ ਕਰਨਾ। ਕਦੋਂ ਚੇਤੇ ਕਰਨਾ? ਕਹਿੰਦੇ ਨੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰਿ ਲਈਐ। ਦੇਖੋ, ਤਿੰਨ ਚੀਜ਼ਾਂ ਆਪਾਂ ਬਹੁਤ ਵਾਰੀ ਇਹ ਦੀਵਾਨ ਦੇ ਵਿੱਚ ਸਾਂਝ ਪਾਈ ਆ, ਰੋਟੀ, ਕੱਪੜਾ ਤੇ ਮਕਾਨ। ਤਿੰਨ ਜਿਹੜੀਆਂ ਨੇ ਪ੍ਰਮੁੱਖ ਲੋੜਾਂ ਨੇ ਬੰਦੇ ਦੀਆਂ, ਇਦੋਂ ਬਿਨਾਂ ਸਰਦਾ ਨਹੀਂ। ਹਾਂ, ਅੱਗੇ ਜਿਹੜੇ ਹੁੰਦੇ ਨੇ ਬੰਦੇ ਦੇ, ਉਹ ਸ਼ੌਂਕ ਹੋ ਸਕਦੇ ਨੇ, ਅੱਗੇ ਜਿਹੜੀਆਂ ਆਦਤਾਂ ਹੁੰਦੀਆਂ ਨੇ ਉਹ ਸ਼ੌਂਕ ਹੋ ਸਕਦੇ ਨੇ। ਜਿਵੇਂ ਕਹਿੰਦੇ ਹੁੰਦੇ ਨੇ ਵਿਦਵਾਨ, ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਤੇ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਭਾਵ ਕਿ ਜ਼ਰੂਰੀ ਨਹੀਂ ਜਿਹੜੀ ਆਦਤ ਆ ਬੰਦੇ ਦੀ ਬੜੀ ਮਹਿੰਗੀ ਆ ਵੀ ਉਹ ਚੰਗੀ ਹੋਵੇਗੀ, ਇੱਦਾਂ ਨਹੀਂ ਹੁੰਦਾ। ਕਈ ਦਫਾ ਮਹਿੰਗੀ ਆਦਤ ਚੰਗੀ ਨਹੀਂ ਹੁੰਦੀ। ਪਰ ਰੋਟੀ, ਕੱਪੜਾ, ਮਕਾਨ, ਇਹ ਤਿੰਨੇ ਚੀਜ਼ਾਂ ਗੁਰੂ ਮਹਾਰਾਜ ਜੀ ਕਹਿੰਦੇ ਹਰ ਬੰਦੇ ਲਈ ਜ਼ਰੂਰੀ ਆ। ਹਰ ਬੰਦੇ ਲਈ, ਇਨਸਾਨ ਲਈ ਜੀਵਨ ਬਸਰ ਕਰਨ ਵਾਸਤੇ ਅਤੀ ਜ਼ਰੂਰੀ ਪ੍ਰਮੁੱਖ ਲੋੜਾਂ ਨੇ। ਹੁਣ ਦੇਖੋ, ਇਹੀ ਤੁਹਾਨੂੰ ਗੁਰੂ ਦੇ ਨਾਲ ਜੋੜਦੀਆਂ ਨੇ, ਇਹੀ ਤੁਹਾਨੂੰ ਗੁਰੂ ਦੇ ਨਾਲੋਂ ਤੋੜਦੀਆਂ ਨੇ। ਪੌੜੀ ਹੁੰਦੀ ਹੈ ਨਾ, ਜਿਵੇਂ ਉਹਦੇ ਇੱਕ ਇੱਕ ਸਟੈਪ ਚੜ੍ਹਦੇ ਜਾਈਏ ਉੱਪਰ ਨੂੰ ਜਾ ਸਕਦੇ ਹਾਂ, ਜੇ ਉਹੀ ਪੌੜੀ ਦੇ ਸਟੈਪ ਟੰਬੇ ਨੀਚੇ ਵਾਲੇ ਪਾਸੇ ਨੂੰ ਉਤਰ ਕੇ ਆਈਏ ਤੇ ਧਰਤੀ ਤੇ ਆ ਜਾਂਦੇ ਹਾਂ। ਤਾਂ ਇਹ ਚੀਜ਼ਾਂ ਨੇ, ਪੌੜੀਆਂ ਨੇ, ਜਿਹੜੀਆਂ ਗੁਰੂ ਦੇ ਕੋਲ ਵੀ ਲੈ ਕੇ ਜਾ ਸਕਦੀਆਂ ਨੇ। ਇਹੀ ਨੇ ਜਿਹੜੀਆਂ ਤੁਹਾਨੂੰ ਗੁਰੂ ਨਾਲੋਂ ਤੋੜ ਸਕਦੀਆਂ ਨੇ। ਗੁਰੂ ਮਹਾਰਾਜ ਦਾ ਇੱਕ ਬਚਨ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਐਸਾ ਖਾਣਾ ਖਾਣਾ ਕਿ ਖਾ ਕੇ ਵਾਹਿਗੁਰੂ ਨੂੰ ਭੁੱਲ ਜਾਣਾ, ਬੇਸ਼ੁਕਰੇ ਹੋ ਜਾਣਾ, ਨਾ ਸ਼ੁਕਰੇ ਹੋ ਜਾਣਾ, ਇਹ ਤੁਹਾਨੂੰ ਗੁਰੂ ਨਾਲੋਂ ਤੋੜਦਾ ਹੈ। ਇੱਕ ਰੋਟੀ ਆ, ਤੁਸੀਂ ਖਾਂਦੇ ਹੋ, ਖਾ ਕੇ ਸ਼ੁਕਰ ਕਰਦੇ ਹੋ ਗੁਰੂ ਦਾ ਤੇ ਗੁਰੂ ਨਾਲ ਜੁੜ ਜਾਂਦੇ ਹੋ। ਰੋਟੀ ਹੋਈ ਆ ਜਿਹੜੀ ਖਾ ਕੇ ਤੁਸੀਂ ਨਾ ਸ਼ੁਕਰੇ ਹੋ ਜਾਂਦੇ ਹੋ, ਸ਼ੁਕਰ ਵੀ ਨਹੀਂ ਕਰਦੇ। ਰੋਟੀ ਖਾਣੀ ਹੀ ਤੁਹਾਨੂੰ ਗੁਰੂ ਨਾਲ ਜੋੜ ਦਿੰਦੀ ਆ, ਖਾਣਾ ਖਾਣਾ ਹੀ ਤੁਹਾਨੂੰ ਗੁਰੂ ਨਾਲੋਂ ਤੋੜ ਦਿੰਦਾ ਹੈ। ਇੱਦਾਂ ਹੀ ਅੱਗੇ ਪੰਕਤੀ ਆ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਕਹਿੰਦੇ ਐਸਾ ਪਹਿਨਣਾ ਵੀ, ਐਸੇ ਕੱਪੜੇ ਵੀ ਨੇ ਜਿਨ੍ਹਾਂ ਨੂੰ ਪਹਿਨ ਕੇ ਗੁਰੂ ਮਹਾਰਾਜ ਦੀ ਯਾਦ ਨਹੀਂ ਆਉਂਦੀ, ਉਹਦਾ ਆਪਾਂ ਸ਼ੁਕਰਾਨਾ ਨਹੀਂ ਕਰਦੇ। ਕਈ ਤਰ੍ਹਾਂ ਦੇ ਕੱਪੜੇ ਨੇ, ਵੱਖ-ਵੱਖ ਤਰ੍ਹਾਂ ਦੇ, ਕਈ ਰੰਗਾਂ ਦੇ, ਇਨਸਾਨ ਉਹਨਾਂ ਨੂੰ ਪਾਉਂਦਾ ਹੈ, ਪਹਿਨਦਾ ਹੈ, ਪਰ ਕਦੇ ਮਾਲਕ ਦਾ ਸ਼ੁਕਰ ਨਹੀਂ ਕਰਦਾ। ਜਦੋਂ ਸ਼ੁਕਰ ਨਹੀਂ ਕਰਦਾ ਉਦੋਂ ਗੁਰੂ ਨਾਲੋਂ ਟੁੱਟ ਜਾਂਦਾ ਹੈ। ਜਦੋਂ ਸ਼ੁਕਰ ਕਰਦਾ ਪਹਿਨ ਕੇ, ਉਦੋਂ ਹੀ ਉਹ ਗੁਰੂ ਦੇ ਨਾਲ ਜੁੜ ਜਾਂਦਾ ਹੈ। ਇੱਦਾਂ ਹੀ ਅੱਗੇ ਸਾਡੇ ਮਕਾਨ ਨੇ, ਇਹਨਾਂ ਦੇ ਵਿੱਚ ਅਸੀਂ ਸੋਹਣੇ ਪਲੰਘ ਦੇ ਉੱਪਰ ਸੌਂਦੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੀ ਤੁਹਾਨੂੰ ਸੌਣਾ ਵੀ ਤੁਹਾਨੂੰ ਗੁਰੂ ਦੇ ਨਾਲ ਜੋੜਦਾ ਹੈ। ਦੇਖੋ, ਗੁਰਮੁਖ ਜਿਹੜਾ ਹੁੰਦਾ, ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨ ਦਿਨ ਔਸਤਤ ਹੋਵੈ। ਸੌਣਾ ਵੀ ਤੁਹਾਨੂੰ ਗੁਰੂ ਨਾਲ ਜੋੜਦਾ ਤੇ ਸੌਣਾ ਹੀ ਤੁਹਾਨੂੰ ਗੁਰੂ ਨਾਲੋਂ ਤੋੜਦਾ ਹੈ। ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਐਸਾ ਸੌਣਾ ਵੀ ਆ ਜਿਹੜਾ ਗੁਰੂ ਨਾਲੋਂ ਤੋੜਦਾ ਬੰਦੇ ਨੂੰ। ਜਦੋਂ ਆਪਾਂ ਨੀਂਦ ਲੈਂਦੇ ਹੁੰਦੇ ਹਾਂ ਤੇ ਆਪਾਂ ਗੁਰੂ ਨੂੰ ਯਾਦ ਨਹੀਂ ਕਰਦੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਨਹੀਂ ਕਰਦੇ। ਸੌਣ ਤੋਂ ਪਹਿਲਾਂ ਐਸਾ ਸੌਣਾ ਬੰਦੇ ਨੂੰ ਗੁਰੂ ਨਾਲੋਂ ਤੋੜ ਦੇਗਾ।
ਮਨੋਵਿਗਿਆਨੀ ਇੱਕ ਗੱਲ ਕਹਿੰਦੇ ਨੇ, ਕਹਿੰਦੇ ਜਿਹੜੀ ਚੀਜ਼ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਯਾਦ ਕਰਕੇ ਪਾਓਗੇ ਨਾ, ਸਵੇਰੇ ਅੱਖ ਖੁੱਲ੍ਹਦਿਆਂ ਸਾਰ ਉਹ ਤੁਹਾਡੇ ਅੱਗੇ ਹੋਵੇਗੀ। ਜਿਹੜੀ ਚੀਜ਼ ਨੂੰ ਤੁਸੀਂ ਰਾਤ ਨੂੰ ਸੌਣ ਲੱਗਿਆਂ ਤੋਂ ਯਾਦ ਕਰਕੇ, ਚੇਤੇ ਕਰਕੇ, ਉਹਦਾ ਸਿਮਰਨ ਕਰਕੇ ਪਾਓਗੇ, ਵਾਰ-ਵਾਰ ਸੋਚ ਕੇ ਉਸ ਗੱਲ ਨੂੰ ਪਾਓਗੇ, ਜਦੋਂ ਅੱਖ ਖੁੱਲ੍ਹੇਗੀ ਤੁਹਾਡੀ, ਉਦੋਂ ਉਸ ਵਕਤ ਉਹੀ ਚੀਜ਼ ਤੁਹਾਡੇ ਸਾਹਮਣੇ ਹੋਏਗੀ। ਜੇ ਤੁਸੀਂ ਚਾਹੁੰਦੇ ਹੋ ਉੱਠਦਿਆਂ ਸਾਰ ਤੁਹਾਨੂੰ ਸੰਤੋਖ, ਸਬਰ, ਸ਼ੁਕਰ ਤੇ ਸੋਹਣੀ ਜ਼ਿੰਦਗੀ ਮਿਲੇ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਵਾਹਿਗੁਰੂ ਨੂੰ ਯਾਦ ਕਰੋ, ਅਕਾਲ ਪੁਰਖ ਨੂੰ ਯਾਦ ਕਰੋ। ਜਿਵੇਂ ਰਾਏ ਬਲਾਰ ਜੀ ਕਹਿੰਦੇ ਹੁੰਦੇ ਨੇ, ਬੜਾ ਸੁੰਦਰ ਉਹਨਾਂ ਦਾ ਬਚਨ ਹੈ। ਜਦੋਂ ਪਿੰਡ ਦੇ ਲੋਕਾਂ ਨੇ ਉਹਨਾਂ ਤੋਂ ਪੁੱਛਿਆ, ਰਾਏ ਭੋਏ ਦੀ ਤਲਵੰਡੀ, ਨਨਕਾਣਾ ਸਾਹਿਬ ਬਾਅਦ ਵਿੱਚ ਨਾ ਬਣਦਾ, ਕਹਿੰਦੇ ਨੇ ਵੀ ਦੱਸੋ ਜੀ, ਤੁਹਾਡੇ ਚਿਹਰੇ ਤੇ ਇੰਨਾ ਨੂਰ, ਇੰਨਾ ਪ੍ਰਕਾਸ਼ ਕਿੱਦਾਂ ਆ ਗਿਆ? ਕਿਵੇਂ ਤੁਸੀਂ ਇੱਦਾਂ ਦੇ ਹੋ ਗਏ? ਤੁਸੀਂ ਵੀ ਇੱਥੇ ਰਹਿੰਦੇ ਸੀ ਰਾਏ ਬਲਾਰ ਜੀ, ਅਸੀਂ ਵੀ ਇੱਥੇ ਰਹਿੰਦੇ ਸੀ। ਦੇਖਦਿਆਂ 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 ਤੁਹਾਡੇ ਚਿਹਰੇ ਦੇ ਉੱਪਰ ਨੂਰ ਆਇਆ। ਕਿਵੇਂ? ਉਹਨਾਂ ਆਖਿਆ ਸੀ, ਕਹਿੰਦੇ ਤੁਹਾਡੇ ਵੀ ਆ ਜਾਏਗਾ। ਇਹੀ ਗੱਲ ਆਖੀ ਸੀ। ਮੈਂ ਸੋ ਜਾਊਂ ਨਾਨਕ ਗੁਰੂ कहते कहते, खुले आँख मेरी गुरु कहते कहते, हबीबे खुदा को खुदा जैसा समझा, खुदा मिल गया बस गुरु कहते कहते। ਕਹਿੰਦੇ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕਰਦਾ ਹਾਂ। ਜਦੋਂ ਅੱਖ ਖੁੱਲ੍ਹਦੀ ਹੈ ਮੇਰੀ ਸਵੇਰੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰ ਕਰਦਾ ਹਾਂ, ਤੇਰੀ ਕਿਰਪਾ ਦੇ ਨਾਲ ਅੱਖ ਖੁੱਲ੍ਹੀ ਆ, ਜ਼ਿੰਦਗੀ ਮਿਲੀ ਆ। ਤੇ ਅੱਗੇ ਕਹਿੰਦੇ ਹਨ, ਦੇਖੋ ਗੁਰਸਿੱਖ ਪਿਆਰਿਓ, ਕਹਿੰਦੇ ਹਬੀਬ ਏ ਖੁਦਾ ਕੋ, ਰੱਬ ਦੇ ਪਿਆਰਿਆਂ ਨੂੰ ਮੈਂ ਰੱਬ ਵਰਗਾ ਜਾਣਿਆ ਵਾ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਮੈਂ ਰੱਬ ਦੇ ਸਮਾਨ ਜਾਣਿਆ। ਗੁਰੂ ਨਾਨਕ ਨੂੰ ਮੈਂ ਗੁਰੂ ਨਹੀਂ, ਮੈਂ ਰੱਬ ਮੰਨਿਆ। ਬਸ ਇਹ ਗੁਰੂ ਨੂੰ ਮੈਂ ਜਦੋਂ ਰੱਬ ਮੰਨਿਆ, ਰੱਬ ਮੰਨ ਕੇ ਉਹਨੂੰ ਯਾਦ ਕੀਤਾ, ਖੁਦਾ ਮਿਲ ਗਿਆ ਗੁਰੂ कहते कहते। परमात्मा जी, रब जी मैनू मिल गए। वाहिगुरू वाहिगुरू, गुरु नानक कहते कहते तां मेरे चेहरे ते वो कहते इन्ना प्रकाश आ गया। देखो गुरसिख प्यारिओ, परमात्मा जिहड़ा है उहदे विच बहुत गुण ने। अपने कोल जीव एक, जिंदगी दे विच गुणां दे नाल सांझ करके मरना चाहिदा है। देखो चले सारिਆਂ नहीं जाना, एक गुरमुख आ चलिया उन्हें भी जाना, एक मनमुख आ जाना उन्हें भी आ। पर जान जान दे विच बड़ा फर्क हुंदा, अंतर हुंदा किन्ना, जिन्ना जमीन असमान दे विच फर्क आ, इतना हुंदा। एक कंडे दे वांग जिंदगी जिउं के जावेगा, एक फुੱਲ दे वांग खुशबू वंड के जावेगा। ते सच जानो, कंडियां दी जिहड़ी उम्र हुंदी आ बहुत लंबी हुंदी आ, बहुत लंबी। ते इदां ही जिहड़ी फुੱਲਾਂ दी उम्र हुंदी आ, फुੱਲਾਂ दी उम्र ਉਹ ਜਿਹੜੀ ਹੁੰਦੀ ਆ ਇੱਕ ਦਿਨ 2 दिन। ऐसे फुੱਲ ने ਜਿਹੜੇ ਰਾਤ ਨੂੰ ਖਿੜਦੇ ਨੇ, ਸਵੇਰੇ ਕੁਮਲਾ ਜਾਂਦੇ ਨੇ, ਸਵੇਰੇ ਖਿੜਦੇ ਨੇ, ਸ਼ਾਮ ਨੂੰ ਮੁਰਝਾ ਜਾਂਦੇ ਨੇ। ਐਸੇ ਫੁੱਲ ਵੀ ਨੇ। ਜਿੱਦਾਂ ਕਿ ਛੋਟੇ ਹੁੰਦਿਆਂ ਨੂੰ ਜਦੋਂ ਬੱਚੇ ਸਨ ਉਦੋਂ ਪੋਇਮ ਪੜ੍ਹਾਉਂਦੇ ਹੁੰਦੇ ਸੀ, ਇੱਕ ਲਿਲੀ ਦਾ ਫਲਾਵਰ ਆ ਤੇ ਇੱਕ ਓਕ ਦਾ ਦਰਖਤ ਹੈ, ਇੱਕ ਸਿੰਬਲ ਦਾ ਰੁੱਖ। ਜਿਹੜਾ ਲਿਲੀ ਦਾ ਫੁੱਲ ਹੈ ਨਾ, ਇਹਦੀ ਉਮਰ ਇੱਕ ਦਿਨ ਹੀ ਹੁੰਦੀ ਆ, ਪਰ ਉਹ ਆਪਦੀ ਖੁਸ਼ਬੂ ਵੰਡ ਕੇ ਜਾਂਦਾ ਸਾਰਿਆਂ 'ਚ। ਸਿੰਬਲ ਰੁੱਖ ਜਿਹੜਾ ਹੁੰਦਾ, ਗੁਰੂ ਨਾਨਕ ਸਾਹਿਬ ਜੀ ਉਹਨੂੰ ਕਹਿੰਦੇ ਨੇ, ਆਸਾ ਦੀ ਵਾਰ ਦੇ ਵਿੱਚ ਤੁਸੀਂ ਸਰਵਣ ਕਰਦੇ ਹੋ, ਸਿੰਬਲ ਰੁੱਖ ਸਰਾਏ ਰਾਹ, ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ, ਜਾਹੇ ਨਰਾਸੇ ਕਿਤ। ਇਹ ਬਹੁਤ ਵੱਡਾ ਹੁੰਦਾ, ਬਹੁਤ ਉੱਚਾ ਲੰਮਾ ਹੁੰਦਾ। ਇਹਨੂੰ ਫਲ ਵੀ ਲੱਗਦੇ ਨੇ, ਪਰ ਉਹ ਜਿਹੜੇ ਫਲ ਲੱਗਦੇ ਨੇ ਨਾ, ਫਲ ਫਿੱਕੇ, ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ। ਪੰਛੀ ਨਾ ਇਹਦੇ ਕੋਲੋਂ ਆਸ ਲੈ ਕੇ ਆਉਂਦੇ ਨੇ ਵੀ ਇਹ ਸਾਨੂੰ ਮਿੱਠੇ ਫਲ ਖਵਾਊਗਾ। ਕੋਇਲ ਆਉਂਦੀ ਹੈ, ਤੋਤੇ ਆਉਂਦੇ ਨੇ, ਚਿੜੀਆਂ ਆਉਂਦੀਆਂ ਨੇ, ਪਰ ਇਹਦੇ ਫਲ ਫਿੱਕੇ, ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ।
ਇਹ ਨਾ ਤਾਂ ਛਾਂ ਕਰਦਾ ਹੈ ਤੇ ਨਾ ਹੀ ਮਿੱਠੇ ਫਲ ਕਿਸੇ ਨੂੰ ਖਾਣ ਨੂੰ ਦੇ ਸਕਦਾ, ਬਸ ਇਹਦੀ ਉਮਰ ਬਹੁਤ ਆ। ਕਈ ਇਨਸਾਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਦਾਂ ਹੀ ਹੁੰਦੇ ਨੇ, ਸਿੰਬਲ ਦੇ ਰੁੱਖ ਵਰਗੇ, ਉਹਨਾਂ ਦੀ ਉਮਰ ਬਹੁਤ ਹੁੰਦੀ ਆ, ਬਹੁਤ ਜ਼ਿਆਦਾ, 90 95 ਸਾਲ ਤੱਕ, ਪਰ ਉਹਨਾਂ ਦੇ ਵਿੱਚੋਂ ਨਾ ਤਾਂ ਕਿਸੇ ਨੂੰ ਛਾਂ ਮਿਲਦੀ ਆ, ਦੇਖੋ ਸਿੰਬਲ ਦੇ ਰੁੱਖ ਵਾਂਗ, ਨਾ ਹੀ ਕਿਸੇ ਨੂੰ ਸੋਹਣੇ ਜਿਹੜੇ ਫਲ ਨੇ ਉਹ ਮਿਲਦੇ ਨੇ ਖਾਣ ਵਾਸਤੇ। ਬਕਬਕੇ ਹੁੰਦੇ ਨੇ, ਕੰਮ ਨਾ ਆਵੇ ਪੱਤ, ਪਰ ਜਿਹੜਾ ਉਹ ਲਿਲੀ ਦਾ ਫੁੱਲ ਹੈ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ, ਤਾਂ ਉਹ ਇੱਕ ਦਿਨ ਹੀ ਭਾਵੇਂ ਉਹਦੀ ਜ਼ਿੰਦਗੀ ਹੁੰਦੀ ਆ, ਪਰ ਉਹ ਖੁਸ਼ਬੂ ਤਾਂ ਵੰਡ ਕੇ ਜਾਂਦਾ ਹੈ ਨਾ, ਖੁਸ਼ਬੂ ਤਾਂ ਵੰਡਦਾ। ਤਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੁਸ਼ਬੂ ਤਾਂ ਆਵੇਗੀ ਜੇ ਤੁਸੀਂ ਖੁਸ਼ਬੂ ਦੇ ਸਾਗਰ ਕੋਲ ਜਾ ਕੇ ਬੈਠੋਗੇ, ਉਹਨੂੰ ਸੁਣੋਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਦੇ ਸਾਗਰ ਨੇ, ਖੁਸ਼ਬੂ ਦੇ ਭੰਡਾਰ ਨੇ। ਜਿਵੇਂ ਕਹਿੰਦੇ ਹੁੰਦੇ ਨੇ, ਦੇਖੋ ਹੇ ਇਨਸਾਨ, ਫੁੱਲਾਂ ਦਾ ਤੂੰ ਇਤਰ ਬਣਾ, ਫੁੱਲਾਂ ਦਾ ਤੂੰ ਇਤਰ ਬਣਾ। ਇਹ ਬੰਦੇ ਵਿੱਚ ਕਿੰਨੀ ਮੈਂ ਆ, ਬੜਾ ਸੋਹਣਾ ਲਿਖਿਆ ਕਿਸੇ ਨੇ, ਫੁੱਲਾਂ ਦਾ ਤੂੰ ਇਤਰ ਬਣਾ, ਇਤਰ ਦਾ ਤੂੰ ਕੱਢ ਦਰਿਆ, ਦਰਿਆ ਦੇ ਵਿੱਚ ਤਾਰੀਆਂ ਲਾ, ਫਿਰ ਵੀ ਤੇਰੀ ਬੋ ਨਹੀਂ ਮੁੱਕਣੀ, ਪਹਿਲਾਂ ਆਪਣੀ ਮੈਂ ਮੁਕਾ। ਫੁੱਲਾਂ ਦਾ ਤੂੰ ਇਤਰ ਬਣਾ, ਕਹਿੰਦੇ ਸਾਰੀ ਦੁਨੀਆ ਦੇ ਫੁੱਲ ਇਕੱਠੇ ਕਰਕੇ ਸੈਂਟ ਬਣਾ। ਇਤਰ, ਇਤਰ ਕਹਿੰਦੇ ਨੇ ਸੈਂਟ ਨੂੰ। ਫੁੱਲਾਂ ਦਾ ਤੂੰ ਇਤਰ ਬਣਾ, ਇਤਰ ਦਾ ਤੂੰ ਕੱਢ ਦਰਿਆ, ਵੀ ਦਰਿਆ ਜਿੰਨਾ, ਇੱਕ ਸਮੁੰਦਰ ਜਿੰਨਾ ਤੇਰੇ ਕੋਲ ਸੈਂਟ ਹੋਵੇ, ਫਿਰ ਦਰਿਆ ਦੇ ਵਿੱਚ ਤਾਰੀਆਂ ਲਾ। ਜੇ ਤੂੰ ਉਹਦੇ ਵਿੱਚ ਵੀ ਨਹਾ ਲੇਗਾ ਨਾ, ਸੈਂਟ ਵਾਲੇ ਪਾਣੀ 'ਚ ਵੀ, ਸਮੁੰਦਰ 'ਚ ਵੀ, ਫਿਰ ਵੀ ਤੇਰੀ ਬੋ ਨਹੀਂ ਮੁੱਕਣੀ, ਫਿਰ ਵੀ ਤੇਰੀ ਦੁਰਗੰਧੀ ਨਹੀਂ ਜਾਣੀ, ਫਿਰ ਵੀ ਤੇਰੀ ਅੰਦਰੋਂ ਮੈਂ ਨਹੀਂ ਜਾਣੀ। ਕਿਉਂ? ਕਿਉਂਕਿ ਪਹਿਲਾਂ ਆਪਣੀ ਹਉਮੈ ਨੂੰ ਦੂਰ ਕਰ, ਪਹਿਲਾਂ ਆਪਣੀ ਮੈਂ ਮੁਕਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸਾਨੂੰ ਕਿ ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੁਏ ਕੈਸੇ ਹਰ ਪਾਏ। ਕਿਉਂਕਿ ਅਸੀਂ ਨਾ ਤਾਂ ਆਪ ਅੱਗੇ ਵਧਦੇ ਹਾਂ ਤੇ ਨਾ ਹੀ ਕਿਸੇ ਨੂੰ ਅੱਗੇ ਵਧਣ ਦੇਣਾ ਚਾਹੁੰਦੇ ਹਾਂ, ਨਾ ਤਾਂ ਅਸੀਂ ਆਪ ਗਿਆਨ ਦੀਆਂ ਉਚਾਈਆਂ ਹਾਸਲ ਕਰਦੇ ਹਾਂ ਤੇ ਦੂਜਿਆਂ ਦੇ ਪੈਰ ਵੀ ਅਸੀਂ ਪਿਛਾਂਹ ਨੂੰ ਖਿੱਚਦੇ ਹਾਂ। ਇਨਸਾਨ ਇੱਦਾਂ ਦਾ ਹੀ ਆ, ਇਹਦੀ ਇੱਕ ਫਿਤਰਤ ਆ। ਗਿਆਨੀ ਸੰਤ ਸਿੰਘ ਜੀ ਮਸਕੀਨ ਆਮ ਕਿਹਾ ਕਰਦੇ ਸੀ, ਕਹਿੰਦੇ ਬੰਦਾ ਨਾ ਇਹ ਸੋਚਦਾ ਮੇਰੀ ਇੱਜ਼ਤ ਬਣੇ ਚਾਹੇ ਨਾ, ਦੂਜੇ ਦੀ ਮੈਂ ਬਣਨ ਨਹੀਂ ਦੇਣੀ। ਮੇਰੇ ਸਿਰ ਤੇ ਦਸਤਾਰ ਰਹਿੰਦੀ ਆ ਚਾਹੇ ਨਾ, ਮੈਂ ਦੂਜੇ ਦੀ ਉਤਾਰਨੀ ਆ, ਦੂਜੇ ਦੀ ਲੈਣੀ ਚਾਹੀਦੀ ਆ। ਮੈਨੂੰ ਸੁੱਖ ਮਿਲੇ ਚਾਹੇ ਨਾ ਮਿਲੇ, ਦੂਜੇ ਨੂੰ ਨਹੀਂ ਮਿਲਣਾ ਚਾਹੀਦਾ। ਦੇਖੋ, ਮੈਂ ਖੁਸ਼ ਰਹਾਂ ਚਾਹੇ ਨਾ ਰਹਾਂ, ਦੂਜਾ ਖੁਸ਼ ਨਹੀਂ ਹੋਣਾ ਚਾਹੀਦਾ। ਇਸ ਕਰਕੇ ਇਹਦੇ ਅੰਦਰ, ਬੰਦੇ ਦੇ ਅੰਦਰ ਇੱਕ ਤਾਤ ਪਰਾਈ, ਇਹਨੂੰ ਤਾਤ ਪਰਾਈ ਕਹਿੰਦੇ ਨੇ ਮਹਾਰਾਜ, ਵੀ ਇਹ ਜਿਹਦੇ ਅੰਦਰ ਹੋਵੇ ਉਹਦਾ ਕਦੇ ਨਾ ਹੋਵੇ ਭਲਾ, ਉਹਦਾ ਕਦੇ ਭਲਾ ਨਹੀਂ ਹੋ ਸਕਦਾ। ਬਹੁਤ ਕੰਮ ਐਸੇ ਨੇ, ਜੇ ਕੋਈ ਚੰਗਾ ਇਨਸਾਨ ਕਰਨਾ ਚਾਹੁੰਦਾ, ਬਹੁਤ ਲੋਕ ਐਸੇ ਨੇ ਉਹਨੂੰ ਕਰਨ ਨਹੀਂ ਦਿੰਦੇ। ਮਹਾਂਪੁਰਸ਼ਾਂ ਨੇ ਇੱਕ ਗਾਥਾ ਲਿਖੀ ਹੈ, ਬੜੀ ਪਿਆਰੀ ਆ, ਤੁਹਾਨੂੰ ਸਮਝ ਆਵੇਗੀ। 2 ਬੱਚੇ ਸਨ, ਇੱਕ ਸੀ 10 ਸਾਲ ਦਾ, ਇੱਕ ਸੀ 6 ਸਾਲ ਦਾ। ਦੋਨਾਂ ਦੀ ਬੜੀ ਗੂੜੀ ਦੋਸਤੀ ਸੀ, ਦੋਨੋਂ ਇਕੱਠੇ ਖੇਡਦੇ ਸਨ। ਇੱਕ ਦਿਨ ਖੇਡਦੇ ਖੇਡਦੇ ਚਲੇ ਗਏ ਪਿੰਡ ਤੋਂ ਥੋੜੀ ਦੂਰ, ਉੱਥੇ ਇੱਕ ਖੂਹ ਬਣਿਆ ਹੋਇਆ ਸੀ। ਇੱਕ 10 ਸਾਲ ਦਾ ਜਿਹੜਾ ਬੱਚਾ ਸੀ ਨਾ, ਤੇ ਉਹ ਖੂਹ ਦੇ ਵਿੱਚ ਡਿੱਗ ਪਿਆ। ਖੇਡਦੇ ਖੇਡਦੇ ਉਹਨੂੰ ਪਤਾ ਨਹੀਂ ਲੱਗਾ। ਜਿਹੜਾ 6 ਸਾਲ ਦਾ ਬੱਚਾ ਸੀ, ਉਹਨੇ ਇੱਧਰ ਉੱਧਰ ਦੇਖਿਆ, ਕੋਈ ਵੀ ਉੱਥੇ ਨਹੀਂ ਸੀ ਉਹਨੂੰ ਬਚਾਉਣ ਵਾਸਤੇ। ਉਹਨੇ ਕੀ ਕੀਤਾ, ਉਹ ਬਾਲਟੀ ਜਿਹੜੀ ਹੁੰਦੀ ਆ ਪਾਣੀ ਭਰਨ ਵਾਲੀ, ਉਹ ਵਿੱਚ ਸੁੱਟੀ, ਰੱਸੀ ਦੇ ਰਾਹੀਂ ਬੰਨੀ ਸੀ ਉਸ ਨੂੰ, ਤੇ ਆਖਿਆ ਉਹਦੇ ਮਿੱਤਰ ਨੂੰ, ਬਾਹਰ ਆ ਜਾ ਦੋਸਤ, ਬਾਹਰ ਆ ਜਾ। ਤਾਂ 6 ਸਾਲ ਦਾ ਬੱਚਾ ਉਹਨੂੰ ਬੜੇ ਜਜ਼ਬੇ ਨਾਲ ਕਹਿ ਰਿਹਾ, ਤੇ ਉਹਨੇ ਬਾਲਟੀ ਨੂੰ ਘੁੱਟ ਕੇ ਫੜ ਲਿਆ। ਤੇ ਇਸ ਪ੍ਰਕਾਰ ਫਿਰ ਹੌਲੀ ਹੌਲੀ ਉਸਨੇ ਰੱਸੀ ਖਿੱਚਣੀ ਕੀਤੀ, ਰੱਸੀ ਖਿੱਚਣੀ ਕੀਤੀ। 6 ਸਾਲ ਦਾ ਬੱਚਾ ਸੀ ਤੇ ਆਪਦੇ ਦੋਸਤ ਨੂੰ ਇਹਨੇ ਬਾਹਰ ਕੱਢ ਲਿਆ। ਹੁਣ ਜਦੋਂ ਪਿੰਡ ਦੇ ਵਿੱਚ ਗਏ ਨੇ ਨਾ, ਦੱਸ ਰਹੇ ਨੇ ਕੋਈ ਯਕੀਨ ਨਹੀਂ ਕਰ ਰਿਹਾ ਇਹਨਾਂ ਦਾ। ਮਹਾਂਪੁਰਸ਼ ਕਹਿੰਦੇ ਕੋਈ ਯਕੀਨ ਨਹੀਂ ਕਰ ਰਿਹਾ ਇਹਨਾਂ ਦਾ। ਉਹ ਕਹਿ ਰਿਹਾ 6 ਸਾਲ ਦਾ ਬੱਚਾ ਕਿ ਮੈਂ ਉਹਨੂੰ
ਕੱਢਿਆ ਬਾਹਰ ਆਪਦੇ ਦੋਸਤ ਨੂੰ ਖੂਹ ਚੋਂ ਬਾਲਟੀ ਸੁੱਟ ਕੇ ਰੱਸੀ ਦੇ ਰਾਹੀਂ। ਮੰਨ ਹੀ ਨਹੀਂ ਰਹੇ ਉਹ। ਕਹਿੰਦੇ ਇੱਦਾਂ ਕਿੱਦਾਂ ਹੋ ਜਾਏਗਾ? 6 ਸਾਲ ਦਾ ਬੱਚਾ 10 ਸਾਲ ਦੇ ਬੱਚੇ ਨੂੰ ਕਿੱਦਾਂ ਬਾਹਰ ਕੱਢ ਦੇਗਾ? ਇੱਕ ਬੜਾ ਸਿਆਣਾ ਬਜ਼ੁਰਗ ਸੀ ਉਹਨਾਂ ਦੇ ਪਿੰਡ ਵਿੱਚ। ਗੱਲ ਪਹੁੰਚਦੀ ਜਦੋਂ ਉਸ ਕੋਲ ਪਹੁੰਚੀ ਆ, ਉਹ ਮੰਨ ਗਿਆ। ਕਹਿੰਦਾ ਮੈਂ ਮੰਨਦਾ ਹਾਂ, ਇਹ ਬੱਚਾ ਕੱਢ ਲੇਗਾ 6 ਸਾਲ ਦਾ 10 ਸਾਲ ਦੇ ਬੱਚੇ ਨੂੰ ਰੱਸੀ ਰਾਹੀਂ ਖਿੱਚ ਲੇਗਾ ਬਾਹਰ। ਉਹ ਕਹਿੰਦੇ ਉਹ ਕਿਵੇਂ? ਪਿੰਡ ਦੇ ਜਿਹੜੇ ਸਿਆਣੇ ਬਜ਼ੁਰਗ ਸੀ ਕਹਿੰਦੇ ਕਿੱਦਾਂ ਹੋ ਜਾਊਗਾ? ਕਹਿੰਦੇ ਤਾਂ ਹੋ ਜਾਊਗਾ ਕਿਉਂਕਿ ਜਦੋਂ ਬੱਚੇ ਨੇ ਆਸੇ-ਪਾਸੇ ਦੇਖਿਆ ਕੋਈ ਵੀ ਨਹੀਂ ਸੀ ਉੱਥੇ। ਉਹਨੂੰ ਇਹ ਕਹਿਣ ਵਾਲਾ ਨਹੀਂ ਸੀ ਕੋਈ ਵੀ ਤੂੰ ਇਹਨੂੰ ਕੱਢ ਨਹੀਂ ਸਕਦਾ। ਉਹਨੂੰ ਡੀਮੋਟੀਵੇਟ ਕਰਨ ਵਾਲਾ ਉੱਥੇ ਕੋਈ ਨਹੀਂ ਸੀ, ਤਾਂ ਉਹਨੇ ਕੱਢ ਲਿਆ। ਜੇ ਉੱਥੇ ਕੋਈ ਹੁੰਦਾ ਉਹਨੇ ਕਹਿਣਾ ਸੀ ਤੂੰ ਨਹੀਂ ਕੱਢ ਸਕਦਾ, ਤੂੰ ਨਹੀਂ ਇਹ ਕਰ ਸਕਦਾ, ਤੂੰ ਨਹੀਂ ਇਹ ਕਰ ਸਕਦਾ। ਫਿਰ ਉਹਨੇ ਕਰ ਨਹੀਂ ਸੀ ਪਾਉਣਾ। ਇਹਨੇ 6 ਸਾਲ ਦੇ ਬੱਚੇ ਨੂੰ, ਜੇ 10 ਸਾਲ ਦੇ ਬੱਚੇ ਨੂੰ ਖੂਹ ਚੋਂ ਕੱਢਿਆ ਨਾ, ਉਹ ਤਾਂ ਕੱਢਿਆ ਉੱਥੇ ਆਸੇ-ਪਾਸੇ ਉਹਦੀਆਂ ਲੱਤਾਂ ਖਿੱਚਣ ਵਾਲੇ ਨਹੀਂ ਸਨ, ਤਾਂ ਉਹਨੇ ਇਹ ਕਰ ਦਿਖਾਇਆ। ਬਹੁਤੇ ਕੰਮ ਨੇ ਜਿਹੜੇ ਕਰਨਾ ਚਾਹੁੰਦੇ ਨੇ ਬੱਚੇ, ਪਰ ਕਈ ਦਫਾ ਆਸੇ-ਪਾਸੇ ਦਾ ਜਿਹੜਾ ਮਾਹੌਲ ਆ ਹੋਣ ਨਹੀਂ ਦਿੰਦਾ। ਤਾਂ ਉਹ ਕਹਿੰਦੇ ਬੱਚਾ, ਉਹ ਜਿਹੜੇ ਬਜ਼ੁਰਗ ਸਨ ਕਹਿੰਦੇ ਕੱਢ ਲਏਗਾ, ਵੀ ਤਾਂ ਕੱਢ ਲਿਆ ਵੀ ਉੱਥੇ ਕੋਈ ਨਹੀਂ ਸੀ ਆਸੇ-ਪਾਸੇ। ਜੇ ਕੋਈ ਹੁੰਦਾ ਫਿਰ ਭਾਵੇਂ ਨਾ ਕੱਢਦਾ। ਇਸ ਕਰਕੇ ਚੰਗੇ ਕੰਮਾਂ ਦੀ ਸ਼ਾਬਾਸ਼ ਦੇਣ ਦੇ ਨਾਲ ਬੱਚਿਆਂ ਨੂੰ ਉਹ ਅੱਗੇ ਹੋਰ ਚੰਗੇ ਕੰਮ ਕਰਦੇ ਨੇ। ਕਹਿੰਦੇ ਜਦੋਂ ਚੰਗੇ ਕੰਮ ਦੀ ਸ਼ਾਬਾਸ਼ ਦਿੱਤੀ ਜਾਂਦੀ ਹੈ ਨਾ, ਕਿਹਾ ਜਾਂਦਾ ਸ਼ਾਬਾਸ਼, ਤਾਂ ਮਤਲਬ ਰੀੜ੍ਹ ਦੀ ਹੱਡੀ ਆ ਜਿਹੜੀ ਬੱਚੇ ਦੀ ਸਿੱਧੀ ਹੋ ਜਾਂਦੀ ਹੈ। ਉਹ ਅਗਲੇ ਕੰਮਾਂ ਲਈ ਸਾਵਧਾਨ ਹੋ ਜਾਂਦਾ, ਮੈਂ ਹੋਰ ਕਰਨੇ ਨੇ, ਹੋਰ ਕਰਨੇ ਨੇ। ਬੱਚਿਆਂ ਨੂੰ ਇਨਾਮ ਕਿਉਂ ਦਿੱਤੇ ਜਾਂਦੇ ਨੇ, ਮੈਡਲ ਕਿਉਂ ਦਿੱਤੇ ਜਾਂਦੇ ਨੇ? ਵੀ ਹੋਰ ਚੰਗਾ ਕਰਨ, ਹੋਰ ਚੰਗਾ ਕਰਨ। ਗੁਰੂ ਮਹਾਰਾਜ ਕਹਿੰਦੇ ਨੇ ਗੁਣਾਂ ਦੇ ਨਾਲ ਸਾਂਝ ਕਰੋ ਗੁਰਸਿੱਖ ਪਿਆਰਿਓ, ਗੁਣਾਂ ਦੇ ਨਾਲ ਸਾਂਝ ਕਰੋ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣ ਬਿਰਧ ਰਖਾਵੋ। ਹੇ ਗੁਰੂ, ਸਾਡੇ ਵਿੱਚ ਤਾਂ ਇੱਕ ਨਹੀਂ, ਦੋ ਨਹੀਂ, ਕਰੋੜਾਂ ਹੀ ਪਾਪ ਨੇ, ਅਵਗੁਣ ਨੇ, ਉਹ ਤੁਸੀਂ ਸਾਡੇ ਕੱਟ ਦਿਓ ਜੀ। ਅਨਕ ਵਿਧੀ ਸਮਝਾਵੋ। ਅਨੇਕਾਂ ਹੀ ਤਰ੍ਹਾਂ ਗੁਰੂ ਆ ਨਾ, ਜਿਹੜਾ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਨੂੰ ਸਮਝਾਉਂਦਾ ਹੈ। ਜੇ ਆਪਾਂ ਸ਼ੁਰੂ ਤੋਂ ਲੱਗ ਜਾਈਏ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰੀ ਪੁਰਸ਼ ਹੋ ਕੇ ਆਏ ਨੇ। 82,000 ਕਿਲੋਮੀਟਰ ਦੀ ਉਹਨਾਂ ਯਾਤਰਾ ਕੀਤੀ ਆ। 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਇੱਦਾਂ ਉਹਨਾਂ ਨੇ ਕੀਤਾ ਸਾਰੇ ਪਾਸੇ। ਤੇ 4 ਯੁੱਗਾਂ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਰੱਬੀ ਅਵਤਾਰ ਹਨ, ਉਹ ਵਾਰ-ਵਾਰ ਆਉਂਦੇ ਰਹੇ ਸਮਝਾਉਣ ਵਾਸਤੇ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ, ਭਾਈ ਲਹਿਣਾ ਜੀ ਸਨ, ਉਹਨਾਂ ਨੇ ਆਪਦੇ ਤਰੀਕੇ ਨਾਲ ਸਮਝਾਇਆ। ਅਨਕ ਵਿਧੀ ਸਮਝਾਵੋ, ਭਾਵ ਕਿ ਹੇ ਗੁਰੂ, ਤੂੰ ਮੈਨੂੰ ਇੱਕ ਵਿਧੀ ਨਾਲ ਨਹੀਂ ਸਮਝਾਉਂਦਾ, ਕਈ ਤਰੀਕਿਆਂ ਨਾਲ ਸਮਝਾਉਣਾ, ਪਰ ਮੈਂ ਸਮਝਦਾ ਨਹੀਂ। ਫਿਰ ਗੁਰੂ ਅਮਰਦਾਸ ਬਣ ਕੇ ਤੁਸਾਂ ਸਾਨੂੰ ਸਮਝਾਇਆ। ਗੋਇੰਦਵਾਲ ਨਗਰ ਵਸਾਇਆ, ਉੱਥੇ ਬੌੜੀ ਦਾ ਨਿਰਮਾਣ ਕੀਤਾ, ਸੰਗਤ ਜੋੜੀ, ਬਹੁਤ ਪਿਆਰ ਵੰਡਿਆ। ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ ਪਹਿਲਾਂ ਜਿਨ੍ਹਾਂ ਦਾ ਨਾਮ ਸੀ, ਉਹਨਾਂ ਨੇ ਵੀ ਰਾਮਦਾਸਪੁਰ ਵਸਾਇਆ, ਖੁਦਵਾਈ ਕਰਵਾਈ। ਅੱਗੇ ਗੁਰੂ ਅਰਜਨ ਦੇਵ ਜੀ ਨੇ ਉਸ ਕੰਮ ਨੂੰ ਨੇਪਰੇ ਚਾੜਿਆ। ਹਰਿਮੰਦਰ ਸਾਹਿਬ ਜੀ ਤੇ ਉਹਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ। ਇਹ ਸਭ ਕੁਝ ਹੋਇਆ। 6ਵੇਂ ਪਾਤਸ਼ਾਹ ਜੀ ਫਿਰ ਮੀਰੀ ਪੀਰੀ ਦੇ ਮਾਲਕਾਂ ਨੇ ਸਮਝਾਇਆ ਸਾਨੂੰ ਸ਼ਾਂਤੀ ਨਹੀਂ, ਇਕੱਲੀ ਕ੍ਰਾਂਤੀ ਵੀ ਚਾਹੀਦੀ ਹੈ। 7ਵੇਂ ਪਾਤਸ਼ਾਹ ਜੀ ਨੇ ਸਮਝਾਇਆ ਵਿਖਾਵਾ ਨਹੀਂ ਕਰਨਾ, ਜੋ ਤੂੰ ਹੈ ਉਹ ਹੀ ਬਣ ਕੇ ਰਹਿ, ਜੋ ਤੂੰ ਨਹੀਂ ਹੈਗਾ ਉਹ ਤੈਨੂੰ ਦਿਖਾਉਣ ਦੀ ਲੋੜ ਨਹੀਂ ਦੂਜਿਆਂ ਨੂੰ। ਬੰਦੇ ਦੀ ਜਿਹੜੀ ਤਾਕਤ ਆ ਨਾ, ਖਤਮ ਹੋ ਜਾਂਦੀ ਆ ਜੋ ਹੈਗਾ ਉਹਨੂੰ ਲੁਕਾਉਣ 'ਚ, ਜੋ ਨਹੀਂ ਹੈਗਾ ਉਹਨੂੰ ਦਿਖਾਉਣ 'ਚ। ਗੁਰੂ ਮਹਾਰਾਜ ਅਨਕ ਵਿਧੀ ਸਮਝਾਵੋ, ਅਨੇਕਾਂ ਤਰੀਕਿਆਂ ਨਾਲ ਸਮਝਾਉਂਦੇ ਨੇ ਸਾਨੂੰ। 8ਵੇਂ ਪਾਤਸ਼ਾਹ ਜੀ ਨੇ ਆਖਿਆ ਸੀ, ਕਹਿੰਦੇ ਬੰਦਗੀ ਇੱਕ ਬੱਚਾ ਵੀ ਕਰ ਸਕਦਾ, ਬੰਦਗੀ ਇੱਕ ਬੱਚਾ ਵੀ ਕਰ ਸਕਦਾ। ਜ਼ਰੂਰੀ ਨਹੀਂ ਆਪਾਂ ਬਜ਼ੁਰਗ ਹੋ ਕੇ ਹੀ ਮਾਲਾ ਫੜਨੀ ਆ, ਇੱਕ ਬੱਚਾ ਵੀ ਕਰ ਲੇਗਾ। ਤਾਂ ਉਹਨਾਂ ਨੇ ਰੀਤ ਚਲਾਈ।
ਨੌਵੇਂ ਪਾਤਸ਼ਾਹ ਜੀ ਕਹਿੰਦੇ ਅਸੀਂ ਜਿੰਨਾ ਪਿਆਰ ਸਿੱਖਾਂ ਨੂੰ ਕਰਦੇ ਹਾਂ ਓਨਾ ਹੀ ਪਿਆਰ ਅਸੀਂ ਹਿੰਦੂਆਂ ਨੂੰ ਵੀ ਕਰਦੇ ਹਾਂ, ਮੁਸਲਮਾਨਾਂ ਨੂੰ ਵੀ ਕਰਦੇ ਹਾਂ। ਕੋਈ ਫਰਕ ਨਹੀਂ ਸਾਡੇ ਲਈ, ਸਾਰੇ ਪ੍ਰਮਾਤਮਾ ਦੇ ਬਣਾਏ ਇਨਸਾਨ ਨੇ। ਏਕ ਪਿਤਾ ਏਕ ਸਕੇ ਹਮ ਬਾਰਕ ਨੇ, ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹੁਣ ਦਰਸ਼ਨ ਦੇਹੋ ਦਿਖਾਈ। ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸ ਵਾਰਨਾ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਮਾਛੀਵਾੜੇ ਦੇ ਜੰਗਲ 'ਚ ਜਾ ਕੇ ਇਉਂ ਬਹਿ ਜਾਣਾ, ਸੌਂ ਜਾਣਾ, ਲੇਟ ਜਾਣਾ ਜਿੱਦਾਂ ਕੁਝ ਹੋਇਆ ਹੀ ਨਹੀਂ ਹੁੰਦਾ, ਜਿੱਦਾਂ ਕੁਝ ਵੀ ਕੋਈ ਘਟਨਾ ਹੀ ਨਹੀਂ ਹੋਈ, ਵੀ ਕੁਝ ਵੀ ਹੋ ਜੇ। ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਵੱਧ ਬਿਪਤਾਵਾਂ, ਵੱਧ ਸਮੱਸਿਆਵਾਂ ਕਿਸੇ ਨੂੰ ਜ਼ਿੰਦਗੀ 'ਚ ਨਹੀਂ ਆਈਆਂ ਹੋਣੀਆਂ। 42 ਸਾਲ ਦੀ ਉਹਨਾਂ ਦੀ ਉਮਰ ਹੈ, ਬਹੁਤ ਸਾਰੇ ਯੁੱਧ ਉਹਨਾਂ ਨੇ ਲੜੇ ਨੇ, ਸਿੰਘ ਉਹਨਾਂ ਦੇ ਨਾਲ, ਸਰਬੰਸ ਵਾਰਨਾ, ਪੁੱਤਰਾਂ ਦਾ ਵਿਛੋੜਾ ਵਿਜੋਗ ਜਿਹਨੂੰ ਕਹਿੰਦੇ ਨੇ, ਉਹਨਾਂ ਦੀ ਸ਼ਹਾਦਤ, 2 ਚਮਕੌਰ ਦੀ ਗੜੀ ਵਿੱਚ, 2 ਸਰਹੰਦ ਦੀਆਂ ਦੀਵਾਰਾਂ ਦੇ ਵਿੱਚ, ਤੇ ਸਰਸਾ ਨਦੀ ਤੇ ਵਿਛੋੜਾ ਪੈਣਾ, ਮਾਤਾ ਜੀ ਗੁਜਰ ਕੌਰ ਜੀ ਦਾ ਵੱਖ ਹੋਣਾ, ਜਿਗਰ ਦੇ ਟੋਟਿਆਂ ਦਾ ਵੱਖ ਹੋਣਾ। ਮਤਲਬ ਕਿ ਇੰਨੀਆਂ ਸਮੱਸਿਆਵਾਂ ਮੈਨੂੰ ਨਹੀਂ ਲੱਗਦਾ ਵੀ ਵਿਦਵਾਨ ਵੀ ਕਹਿੰਦੇ ਨੇ ਵੀ ਆਈਆਂ ਹੋਣੀਆਂ ਕਿਸੇ ਨੂੰ ਜ਼ਿੰਦਗੀ 'ਚ, ਪਰ ਉਹ ਡੋਲੇ ਨਹੀਂ। ਉਹਨਾਂ ਤੋਂ ਆਪਾਂ ਕੀ ਸਿੱਖਣਾ ਹੈ ਵੀ ਜ਼ਿੰਦਗੀ 'ਚ ਸਮੱਸਿਆ ਆਵੇਗੀ ਪਰ ਡੋਲਣਾ ਨਹੀਂ। ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ ਨਾ, ਅਨਕ ਵਿਧੀ ਸਮਝਾਵੋ, ਤੂੰ 1 ਨਹੀਂ 2 ਨਹੀਂ 3 ਨਹੀਂ, ਬਹੁਤ ਤਰੀਕਿਆਂ ਨਾਲ ਸਾਨੂੰ ਸਮਝਾਉਣਾ ਪਰ ਅਸੀਂ ਸਮਝਦੇ ਨਹੀਂ। ਹਮ ਅਗਿਆਨ, ਅਸੀਂ ਅਗਿਆਨੀ ਹਾਂ, ਅਲਪ ਮਤ ਥੋੜੀ, ਸਾਡੀ ਅਕਲ ਥੋੜੀ ਆ ਪਰ ਅਸੀਂ ਦਿਖਾਉਨੇ ਬਹੁਤ ਹਾਂ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਪਰ ਤੂੰ ਆਪਣਾ ਸੁਭਾਅ ਨਹੀਂ ਛੱਡਦਾ ਗੁਰੂ, ਤੂੰ ਸਮਝਾਉਣਾ ਨਹੀਂ ਛੱਡਦਾ ਸਾਨੂੰ। ਅਸੀਂ ਸਮਝਦੇ ਨਹੀਂ ਪਰ ਤੂੰ ਸਮਝਾਈ ਜਾਨਾ। ਇਸ ਕਰਕੇ 10 ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ, ਅਸੀਂ ਕੀ ਕਰਦੇ ਹਾਂ, ਉਹਨਾਂ ਦਾ ਸ਼ੁਕਰ ਨਹੀਂ ਕਰਦੇ। ਇੱਕ ਚੀਜ਼ ਸਾਨੂੰ ਮਿਲਦੀ ਨਹੀਂ, ਅਸੀਂ ਉਹਦੇ ਕਰਕੇ ਰੱਬ ਨੂੰ ਉਲਾਮੇ ਦਿੰਦੇ ਹਾਂ। ਮਹਾਂਪੁਰਸ਼ਾਂ ਨੇ ਜਪਜੀ ਸਾਹਿਬ ਦਾ ਜਦੋਂ ਟੀਕਾ ਕੀਤਾ ਹੈ ਰੱਬ ਦੇ ਪਿਆਰਿਆਂ ਨੇ, ਉਹਦੇ ਵਿੱਚ ਇੱਕ ਸੁੰਦਰ ਗਾਥਾ ਲਿਖੀ। ਕਹਿੰਦੇ ਇੱਕ ਰਾਜਾ ਸੀ, ਉਹਦਾ ਇੱਕ ਗੁਲਾਮ ਸੀ। ਇੱਕ ਰਾਜਾ ਸੀ, ਉਹਦਾ ਗੁਲਾਮ ਸੀ। ਗੁਲਾਮ ਉਹਦੇ ਕੋਲ ਗੁਲਾਮੀ ਕਰਦਾ ਕਰਦਾ ਬਜ਼ੁਰਗ ਹੋ ਗਿਆ। ਇੰਨੇ ਚਾਰੋਂ ਨੇ ਉਹਦੀ ਗੁਲਾਮੀ ਕੀਤੀ, ਸੇਵਾ ਕੀਤੀ। ਇੱਕ ਦਿਨ ਇਹ ਨਾ ਜੰਗਲ ਵਿੱਚ ਚਲੇ ਗਏ। ਜਦੋਂ ਜੰਗਲ ਵਿੱਚ ਚਲੇ ਗਏ, ਉੱਥੇ ਇੱਕ ਜੰਗਲੀ ਦਰਖਤ ਸੀ, ਉਹਨੂੰ ਇੱਕ ਹੀ ਫਲ ਲੱਗਾ ਸੀ ਤੇ ਹੁਣ ਰਾਜਾ ਚਾਹੁੰਦਾ ਸੀ ਵੀ ਮੈਂ ਖਾ ਲਵਾਂ ਉਹ, ਵੀ ਦੇਖੀਏ ਇਹਨੂੰ, ਚਖੀਏ, ਮਾਣੀਏ ਦਾ ਆਨੰਦ। ਤਾਂ ਗੁਲਾਮ ਨੂੰ ਆਖਿਆ ਵੀ ਆਹ ਜਿਹੜਾ ਫਲ ਲੱਗਾ ਵੀ ਇਹ ਦਰਖਤ ਵੀ ਨਵੇਕਲਾ ਹੀ ਆ, ਪਹਿਲੀ ਵਾਰੀ ਦੇਖਿਆ ਤੇ ਫਲ ਵੀ ਇੱਕ ਆ, ਵੀ ਪਹਿਲਾਂ ਤੂੰ ਚੈੱਕ ਕਰ ਇਹਨੂੰ ਖਾ ਕੇ, ਵੀ ਬਾਅਦ ਵਿੱਚ ਮੈਂ ਖਾਊਂਗਾ। ਪਹਿਲਾਂ ਇੱਦਾਂ ਹੀ ਹੁੰਦਾ ਰਿਹਾ, ਪਹਿਲਾਂ ਗੁਲਾਮ ਖਾਂਦੇ ਹੁੰਦੇ ਸੀ ਤੇ ਬਾਅਦ ਵਿੱਚ ਉਹਨੂੰ ਰਾਜਿਆਂ ਨੂੰ ਦੇਣਾ। ਅੱਜ ਵੀ ਇੱਦਾਂ ਇਹ ਮਰਿਆਦਾ ਪ੍ਰਚਲਿਤ ਆ। ਤਾਂ ਇੱਕ ਫਾੜੀ ਜਿਹੜੀ ਆ ਕੱਟ ਕੇ ਰਾਜੇ ਨੇ ਗੁਲਾਮ ਨੂੰ ਦਿੱਤੀ, ਕਹਿੰਦਾ ਲੈ ਮੈਨੂੰ ਇਹਦਾ ਸਵਾਦ ਦੱਸ ਕਿੱਦਾਂ ਦੀ ਆ। ਤਾਂ ਉਹ ਕਹਿੰਦਾ ਬਹੁਤ ਮਿੱਠੀ ਆ, ਇੱਕ ਹੋਰ। ਉਹਨੇ ਆਖਿਆ ਵੀ ਇੱਕ ਫਾੜੀ ਮੈਨੂੰ ਹੋਰ ਦੇ। ਉਹਨੇ ਕਿਹਾ ਇੱਕ ਹੋਰ ਕਹਿ ਕੇ ਕਈ ਫਾੜੀਆਂ ਖਾ ਗਿਆ। ਹੁਣ ਇੱਕ ਫਾੜੀ ਰਾਜੇ ਦੇ ਹੱਥ ਵਿੱਚ ਰਹਿ ਗਈ ਆ ਤੇ ਰਾਜਾ ਕਹਿੰਦਾ ਵੀ ਇੰਨਾ ਸਵਾਦ ਆ ਇਹ, ਵੀ ਸਾਰਾ ਹੀ ਤੂੰ ਖਾ ਜਾਏਗਾ, ਵੀ ਫਲ ਵੀ ਇੱਕ ਹੀ ਲੱਗਾ ਤੇ ਮੈਂ ਕੀ ਖਾਊਂਗਾ, ਵੀ ਆਹ ਜਿਹੜੀ ਬਚੀ ਫਾੜੀ ਹੈ ਤਾਂ ਮੈਂ ਹੀ ਖਾਊਂਗਾ। ਰਾਜੇ ਨੇ ਜਦੋਂ ਮੂੰਹ ਦੇ ਵਿੱਚ ਪਾਈ ਨਾ, ਮਹਾਂਪੁਰਸ਼ ਕਹਿੰਦੇ ਇੰਨੀ ਉਹ ਕੜਤਣ ਦੇ ਨਾਲ ਭਰਿਆ ਹੋਇਆ ਫਲ ਸੀ, ਉਹਨੂੰ ਥੁੱਕਣਾ ਪਿਆ। ਕਹਿਣ ਲੱਗਾ ਵੀ ਇੰਨਾ ਕੌੜਾ ਫਲ ਤੂੰ ਖਾ ਕਿੱਦਾਂ ਗਿਆ। ਤਾਂ ਗੁਲਾਮ ਨੇ ਜਿਹੜੀ ਗੱਲ ਕਹੀ ਨਾ, ਮਹਾਂਪੁਰਸ਼ ਉਹਦਾ ਤੱਤ ਕੱਢਦੇ ਨੇ। ਦੇਖੋ ਹਰ ਚੀਜ਼ ਇੱਕ ਕਹਾਣੀ, ਇੱਕ ਸਾਖੀ ਤੁਹਾਨੂੰ ਕੁਪੁੱਤਰ ਤੋਂ ਸੁਪੁੱਤਰ ਬਣਾ ਸਕਦੀ ਆ। ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਗੁਲਾਮ ਨੇ ਆਖਿਆ, ਕਹਿੰਦਾ ਰਾਜਨ ਜਦੋਂ ਮੈਂ ਤੁਹਾਡੇ ਮਹਿਲਾਂ 'ਚ ਰਹਿਣਾ ਨਾ, ਤੁਸੀਂ ਆਪਦੇ ਹੱਥਾਂ ਦੇ ਨਾਲ ਦੇਖੋ, ਮੈਨੂੰ 80 ਸਾਲ ਹੋ ਗਏ ਸੇਵਾ ਕਰਦਿਆਂ ਨੂੰ, ਮਿੱਠੀਆਂ ਚੀਜ਼ਾਂ ਤੁਸੀਂ ਮੈਨੂੰ ਦਿੰਦੇ ਹੋ, ਕਦੇ ਮਠਿਆਈਆਂ ਦਿੰਦੇ ਹੋ, ਕਦੇ ਕਿੰਨਾ ਕੁਝ ਖਾਣ ਲਈ ਦਿੰਦੇ ਹੋ, ਉਹ ਮੈਂ ਸੱਤ ਕਹਿ ਕੇ ਪ੍ਰਵਾਨ ਕਰ ਲੈਂਦਾ। ਅੱਜ ਜੇ ਤੁਹਾਡੇ ਹੱਥੋਂ ਮੈਨੂੰ ਇੱਕ ਫਲ
ਉਹਦੀਆਂ ਥੋੜੀਆਂ ਜੀਆਂ ਫਾੜੀਆਂ ਕੌੜੀਆਂ ਵੀ ਖਾਣੀਆਂ ਪੈ ਗਈਆਂ। ਮੈਂ ਉਹਨੂੰ ਮਿੱਠਾ ਸਮਝ ਕੇ ਖਾ ਲਿਆ। ਤੁਸੀਂ ਮੈਨੂੰ ਕੱਟ ਕੇ ਦੇਈ ਗਏ। ਮੈਂ ਆਖਿਆ ਵੀ ਇਹ ਤੁਹਾਨੂੰ ਤੁਸੀਂ ਇਹਨੂੰ ਹੱਥ ਲਾਏ ਨੇ, ਤੁਹਾਡੇ ਹੱਥੋਂ ਮਿੱਠੇ ਫਲ ਖਾਧੇ, ਅੱਜ ਕੌੜਾ ਵੀ ਸਹੀ। ਤਾਂ ਮੈਂ ਖਾਈ ਗਿਆ ਤਾਂ ਮੈਂ ਇਹ ਸਾਰੀਆਂ ਹੀ ਖਾ ਗਿਆ। ਉਹਨਾਂ ਨੇ ਤੱਤ ਸਾਰੇ ਕੱਢਿਆ। ਗੁਰੂ ਸਾਨੂੰ ਬਹੁਤ ਕੁਝ ਦਿੰਦਾ, ਬੜੀਆਂ ਹੀ ਰਸੀਲੀਆਂ ਚੀਜ਼ਾਂ ਹੁੰਦੀਆਂ ਨੇ, ਦਾਤਾਂ ਜਿਹੜੀਆਂ ਹੁੰਦੀਆਂ ਨੇ। ਕਦੇ ਕਦੇ ਮਾਈਨਰ ਜਿਹਾ ਦੁੱਖ ਨਹੀਂ ਆ ਜਾਂਦਾ, ਛੋਟਾ ਜਿਹਾ ਵੀ ਇੱਕ ਫਾੜੀ ਦੁੱਖ ਦੀ ਵੀ ਖਾਣੀ ਪੈ ਜਾਂਦੀ ਹੈ। ਉਦੋਂ ਬੰਦਾ ਉਹ ਸਾਰਾ ਕੁਝ ਭੁੱਲ ਜਾਂਦਾ ਜੋ ਵਾਹਿਗੁਰੂ ਨੇ ਦਿੱਤਾ ਹੁੰਦਾ। ਉਹ ਇੱਕ ਚੀਜ਼ ਕਰਕੇ, ਏਕ ਬਸਤ ਕਾਰਨ ਵਿਖੋਟ ਗਵਾਵੇ। ਗੁਰੂ ਮਹਾਰਾਜ ਕਹਿੰਦੇ ਨੇ ਏਕ ਬਸਤ ਕਾਰਨ ਵਿਖੋਟ ਗਵਾਵੇ। ਰੱਬ ਨੂੰ ਖੋਟਾ ਕਹਿਣ ਲੱਗ ਜਾਂਦਾ, ਉਲਾਂਭੇ ਦੇਣ ਲੱਗ ਜਾਂਦਾ। ਇਹ ਕਿਉਂ ਦਿੰਦਾ? ਹਮ ਅਗਿਆਨ। ਗੁਰੂ ਅਰਜਨ ਦੇਵ ਜੀ ਕਹਿੰਦੇ ਹਮ ਅਗਿਆਨ, ਅਗਿਆਨੀ ਆ, ਅਲਪ ਮਤ ਥੋੜੀ, ਮਾਤੀ ਥੋੜੀ ਆ। ਕੀ ਕਰੀਏ? ਤੁਮ ਆਪਣ ਬਿਰਧ ਰਖਾਵੋ। ਤੁਸੀਂ ਆਪਣਾ ਸੁਭਾਅ ਨਹੀਂ ਛੱਡਦੇ। ਰੱਬ ਜੀ ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸਾਨੂੰ ਤਾਂ ਤੁਹਾਡੀ ਹੀ ਸਰਣ ਆ, ਤੁਹਾਡੇ ਤੇ ਹੀ ਆਸਾਂ ਨੇ। ਤੁਸੀਂ ਅਸਲੀ ਸੱਜਣ ਹੋ, ਤੁਸੀਂ ਸਾਨੂੰ ਹੱਥ ਦੇ ਕੇ ਰੱਖੋ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਗੋਲਾ ਹਾਂ। ਪ੍ਰਮਾਤਮਾ ਜੋ ਕਰਦਾ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਹੋ ਕੇ ਹੀ ਰਹਿੰਦਾ। ਉਹਨੂੰ ਠੀਕ ਕਹਿਣਾ ਹੀ ਸਹੀ ਹੁੰਦਾ। ਮਾਈ ਹੋਣਹਾਰ ਸੋ ਹੋਈ ਹੈ, ਮਾਈ ਹੋਣਹਾਰ ਸੋ ਹੋਈ ਹੈ। ਜੋ ਹੋਣਾ ਹੋ ਕੇ ਹੀ ਰਹਿਣਾ। ਚਿੰਤਾ ਛੱਡ ਚਿੰਤ ਰਹੋ, ਨਾਨਕ ਲਗ ਪਾਈ।